पॉइंट्स दे के भेजे से ਜਿਹੜੇ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਉਹਨਾਂ ਦੇ ਉੱਪਰ ਕਿੰਨਾ ਕੁ ਕੰਮ ਹੁੰਦਾ ਹੋਇਆ ਦੇਖ ਰਹੇ ਹੋ ਤੁਸੀਂ? ਮੈਂ ਤਾਂ ਉਸ ਮੀਟਿੰਗ ਦੇ ਵਿੱਚ ਨਹੀਂ ਗਿਆ। ਇਸ ਤਰ੍ਹਾਂ ਦੀ ਕੰਡੀਸ਼ਨ ਹੈ ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਰਿਪੀਟ ਕਰਨਾ ਸਰਕਾਰ ਤਾਂ ਬਹੁਤ ਮੁਸ਼ਕਲ, ਕਿਉਂਕਿ ਲੋਕ ਪੁਰਾਣੇ ਵਾਅਦੇ ਯਾਦ ਕਰਾਉਂਦੇ ਆ, ਗੁਟਕਾ ਸਾਹਿਬ ਦੀਆਂ ਸਹੁੰਆਂ ਯਾਦ ਕਰਾਉਂਦੇ ਆ। ਦੇਖੋ, ਜਾਂ ਤਾਂ ਅਸੀਂ ਟੈਕਨੀਕਲੀ ਲੀਗਲੀ ਲੋਕਾਂ ਨੂੰ ਇਹ ਦਸੀਏ ਵੀ ਇੱਥੇ ਖੜੇ ਹੈਗੇ ਆ, ਜਾਂ ਉਹਨਾਂ ਨੂੰ ਕਰਵਾਈਏ। ਨਵਜੋਤ ਸਿੰਘ ਸਿੱਧੂ ਹੁਣੀ ਅਕਸਰ ਸਟੇਜਾਂ ਤੋਂ ਇਹ ਗੱਲ ਕਹਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਕਿ ਅਸੀਂ 3 ਰੁਪਏ ਬਿਜਲੀ ਦੇਵਾਂਗੇ, ਸਾਡੀ ਸਰਕਾਰ ਜਨਤਾ ਦੀ ਸਰਕਾਰ ਆ। ਜੋ ਸਰਕਾਰ ਤਾਂ ਲੋਕ ਇਹ ਗੱਲ ਕਹਿੰਦੇ ਆ, ਹੁਣ ਈਵਨ ਵਿਰੋਧੀ ਧਿਰਾਂ ਨੇ ਤਾਂ ਇਲਜ਼ਾਮ ਲਾਉਣਾ ਹੀ, ਉਹ ਕਹਿੰਦੇ ਸਰਕਾਰ ਤਾਂ ਹੁਣ ਵੀ ਤੁਹਾਡੀ ਹੈ। ਪਾਵਰ ਪਰਚੇਜ਼ ਐਗਰੀਮੈਂਟ ਹੈਗੇ ਆ, ਉਹਦੇ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਇਹ ਕੰਮ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਆ ਉਹਦੇ ਵਿੱਚ ਬਹੁਤ ਫਾਲਟਸ ਹੈਗੇ ਆ, ਪਰ ਅਨਫੋਰਚੂਨੇਟਲੀ ਅਸੀਂ ਪਿਛਲੇ 4.5 ਸਾਲਾਂ 'ਚ ਕੀਤੇ ਨਹੀਂ ਹੈਗੇ। ਤੇ ਕੈਪਟਨ ਇਕੱਠੇ ਹੋ ਜਾਣਗੇ 2022 ਦੇ ਵਿੱਚ, ਇਕੱਠੇ ਹੱਥ ਮਿਲਾ ਕੇ ਚੱਲਦੇ ਨਜ਼ਰ ਆਉਣਗੇ? ਮੈਂ ਤਾਂ ਉਨੀ ਗੱਲ ਕਰਦਾ ਜਿੰਨੀ ਗੱਲ ਠੀਕ ਹੋ ਸਕਦੀ ਹੋਵੇ, ਜਿਹੜੀ ਨਹੀਂ ਠੀਕ ਹੋ ਸਕਦੀ ਹੋਵੇ ਮੈਂ ਨਹੀਂ ਕਦੀ। ਤੁਹਾਡੇ ਹਲਕੇ 'ਚੋਂ ਹੀ ਹਾਲਾਂਕਿ ਕੱਲ੍ਹ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਲਿਆ ਇੱਕ ਕਾਂਗਰਸੀ ਆਗੂ ਨੂੰ। ਕੋਈ ਗੱਲ ਨਹੀਂ, ਜਿਹਨੇ ਜਾਣਾ ਉਹਨੇ ਚਲੇ ਜਾਣਾ। ਰਾਹ ਕਿੱਦਾਂ ਨਿਕਲਣਗੇ? ਰਾਹ ਸੁਖਾਲੇ ਹੁੰਦੇ ਨਜ਼ਰ ਆਉਂਦੇ ਪ੍ਰਗਟ ਸਿੰਘ ਨਾਲ? ਅਸੀਂ ਕਈ ਵਾਰੀ ਮਾੜਾ ਪੋਲੀਟੀਸ਼ੀਅਨ ਨਾਲ ਲੈ ਕੇ ਤੇ ਅਸੀਂ ਉਹਦੇ ਕੋਲ ਬਹੁਤ ਚੰਗੇ ਦਿਨਾਂ ਦੀ ਆਸ ਰੱਖਦੇ ਹਾਂ। ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ, ਉਸ ਤੋਂ ਬਾਅਦ ਉਹਨਾਂ ਨੇ ਵਿਸਤਾਰ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਖਾਸਮ ਖਾਸ ਸਾਥੀ ਪ੍ਰਗਟ ਸਿੰਘ ਹੁਣਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ, ਔਰ ਪ੍ਰਗਟ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਪ੍ਰਗਟ ਸਿੰਘ ਜੀ, ਜਨਰਲ ਸਕੱਤਰ ਲਾਇਆ ਆਰਗੇਨਾਈਜੇਸ਼ਨ ਦਾ, ਪਲੈਨਿੰਗਸ ਕੀ ਨੇ, ਕਿਹੜੀਆਂ ਚੁਣੌਤੀਆਂ ਜਿਨ੍ਹਾਂ ਨੂੰ ਦੇਖਦੇ ਹੋ ਤੁਸੀਂ ਕਿ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ ਤੁਹਾਡੇ ਮੋਢਿਆਂ ਤੇ? ਨਹੀਂ, ਦੇਖੋ, ਆਰਗੇਨਾਈਜੇਸ਼ਨ ਨੂੰ ਬਿਲਡ ਅਪ ਕਰਨਾ ਔਰ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਟੋਟਲ ਢਾਂਚੇ ਨੂੰ ਉਸ ਲੈਵਲ ਤੱਕ ਲੈ ਕੇ ਆਉਣਾ ਜਿੱਥੇ ਆਰਗੇਨਾਈਜੇਸ਼ਨ ਦੇ ਵਿੱਚ ਲੋਕਾਂ ਦਾ ਔਰ ਵਰਕਰਸ ਦਾ ਜਿਹੜਾ ਆ ਉਹ ਵਿਸ਼ਵਾਸ ਵੱਧ ਸਕੇ, ਉਹਦੇ ਲਈ ਕੰਮ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ, ਮਿਹਨਤ ਕਰਨ ਦੀ ਬਹੁਤ ਜ਼ਰੂਰਤ ਹੈ। ਜਿਵੇਂ ਕਿ ਕਿਹੜੇ ਕੰਮ ਹੋਣਗੇ, ਕੀ ਲੱਗਦਾ ਤੁਹਾਨੂੰ? ਤੁਹਾਡੇ ਹਲਕੇ 'ਚੋਂ ਹੀ ਹਾਲਾਂਕਿ ਕੱਲ੍ਹ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾ ਲਿਆ ਇੱਕ ਕਾਂਗਰਸੀ ਆਗੂ ਨੂੰ। ਨਹੀਂ, ਕੋਈ ਗੱਲ ਨਹੀਂ, ਜਿਹਨੇ ਜਾਣਾ ਉਹਨੇ ਚਲੇ ਜਾਣਾ। ਇਹ ਇੱਕ ਵੱਡੀ ਆਰਗੇਨਾਈਜੇਸ਼ਨ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਮੈਨੂੰ ਐ ਨਹੀਂ ਲੱਗਦਾ ਹੁੰਦਾ, ਕਿਉਂਕਿ ਬਹੁਤਾ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ। ਪਰ ਹਾਂ, ਚੰਗੇ ਸਮਾਜ ਨੂੰ ਇਕੱਠਾ ਕਰਨਾ ਇਹ ਜ਼ਰੂਰੀ ਨਹੀਂ ਹੈ ਕਿ ਕਾਂਗਰਸ ਵਰਕਰ ਹੀ, ਪਰ ਉਹਦੇ ਨਾਲ ਨਾਲ ਜਿਹੜਾ ਉਹ ਹਰ ਸ਼ਖਸ ਜਿਹੜਾ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਚਾਹੁੰਦਾ, ਔਰ ਕੋਈ ਚਾਹੇ ਉਹ ਇੰਟੈਲੈਕਚੁਅਲਸ ਹੋਣ, ਚਾਹੇ ਉਹ ਡਾਕਟਰਸ ਹੋਣ, ਚਾਹੇ ਚਾਰਟਰਡ ਅਕਾਊਂਟੈਂਟ ਹੋਣ, ਚਾਹੇ ਹੋਰ ਕਿਸੇ ਫੀਲਡ ਦੇ ਐਕਸਪਰਟਸ ਹੋਣ, ਤੇ ਮੇਰੀ ਤਾਂ ਇਹ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਤੋਂ ਸਭ ਤੋਂ ਰਾਏ ਲੈ ਕੇ ਤੇ ਜੇ ਉਹ ਜਿੱਥੇ ਕੰਮ ਕਰਨਾ ਚਾਹੁੰਦੇ ਉਹਨੂੰ ਕੰਮ ਕਰਨਾ, ਜੇ ਉਹ ਅੱਗੇ ਆਉਣ ਤਾਂ ਮੈਂ ਉਹਨਾਂ ਨੂੰ ਵੀ ਜੀ ਆਇਆਂ ਵੀ ਕਹੂੰਗਾ, ਉਹਨਾਂ ਨੂੰ ਨਾਲ ਵੀ ਲਊਂਗਾ ਔਰ ਉਹਨਾਂ ਨੂੰ ਇੱਕ ਸੰਗਠਨ ਦੇ ਤੌਰ ਤੇ ਅੱਗੇ ਵੀ ਤੋਰੂੰਗਾ। ਨਵਜੋਤ ਸਿੰਘ ਸਿੱਧੂ ਜਦੋਂ ਪ੍ਰਗਟ ਜੀ ਪ੍ਰਧਾਨ ਬਣੇ ਬੜੀ ਹਲਚਲ ਹੋਈ ਸੀਗੀ, ਔਰ ਲੈਵਲ ਅਪ ਦੇਖਦੇ ਹੋ, ਡਾਊਨ ਦੇਖਦੇ ਹੋ, ਜਾਂ ਉੱਥੇ ਹੀ ਖੜਾ ਦੇਖਦੇ ਹੋ ਤੁਸੀਂ? ਕਾਂਗਰਸ ਕਿੱਥੇ ਖੜੀ ਦੇਖਦੇ ਹੋ ਅੱਜ ਦੇ ਟਾਈਮ? ਨਹੀਂ, ਵਰਕਰਸ ਦੇ ਵਿੱਚ ਉਤਸ਼ਾਹ ਆਇਆ ਹੈਗਾ, ਕਿਉਂਕਿ ਕੰਮ ਕਰਨ ਲਈ ਬੇਸਿਕਲੀ ਚਾਹੇ ਸਮਾਂ ਬਹੁਤ ਚਾਹੀਦਾ, ਕਿਉਂਕਿ ਇਲੈਕਸ਼ਨ 'ਚ ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਹੈਗਾ, ਬਟ ਉਹਦੇ ਨਾਲ ਚੁਣੌਤੀਆਂ ਵੀ ਉਨੀਆਂ ਵੱਡੀਆਂ। ਪਰ ਮੈਂ ਚੁਣੌਤੀਆਂ ਨੂੰ ਕਦੀ ਚੁਣੌਤੀਆਂ ਸਮਝਦਾ ਨਹੀਂ ਹੈ। ਉਹ ਇਸ ਕਰਕੇ ਨਹੀਂ, ਕਿਉਂਕਿ ਜਦੋਂ ਤੁਸੀਂ ਮਤਲਬ ਪੋਜ਼ਿਟਿਵ ਮਾਈਂਡ ਨਾਲ ਕੰਮ ਕਰਦੇ ਆ ਤੇ ਫਿਰ ਰਾਹ ਜਿਹੜੇ ਆ ਹੌਲੀ ਹੌਲੀ ਸਿੱਧੇ ਬਣਦੇ ਜਾਂਦੇ ਆ। ਸਿੱਧੇ ਬਣਦੇ ਨਜ਼ਰ ਆਉਂਦੇ ਆ ਪ੍ਰਗਟ ਸਿੰਘ ਜੀ ਉਹਨਾਂ ਨੂੰ, ਕਿਉਂਕਿ ਇੱਕ ਸਪੋਰਟਸਮੈਨ ਦੇ ਤੌਰ ਤੇ ਤੁਸੀਂ ਕਹਿੰਦੇ ਹੋ ਕਿ ਚੁਣੌਤੀਆਂ ਨਾ ਤਾਂ ਕਦੇ ਖੇਲ ਦੇ ਵਿੱਚ ਦੇਖੀਆਂ ਔਰ ਨਾ ਰਾਜਨੀਤੀ ਦੇ ਵਿੱਚ ਦੇਖਦੇ ਹੋ, ਪਰ ਚੁਣੌਤੀਆਂ ਹੁਣ ਹੈ ਬਹੁਤ ਵੱਡੀਆਂ ਤੁਹਾਡੇ ਸਾਹਮਣੇ। ਰਾਹ ਕਿੱਦਾਂ ਨਿਕਲਣਗੇ? ਰਾਹ ਸੁਖਾਲੇ ਹੁੰਦੇ ਨਜ਼ਰ ਆਉਂਦੇ ਪ੍ਰਗਟ ਸਿੰਘ ਉਹਨਾਂ ਨੂੰ? ਨਹੀਂ, ਡੈਫੀਨੇਟਲੀ ਜਦੋਂ ਤੁਸੀਂ ਕੰਮ ਕਰਦੇ ਆ ਔਰ ਸਾਫ਼ ਨੀਤ ਨਾਲ ਕੰਮ ਕਰਦੇ ਆ ਤੇ ਉਹਦੇ ਨਾਲ ਇੱਕ ਜਿਹੜੀ ਸੁਪਰ ਨੈਚੁਰਲ ਪਾਵਰ ਆ ਨਾ, ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਮੋਢਾ ਦਿੰਦੀ ਆ। ਸੋ ਇਸ ਕਰਕੇ ਮੈਨੂੰ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਮੈਂ ਹੋਇਆ। ਇਸ ਕਰਕੇ ਨਹੀਂ ਹੋਇਆ, ਮੈਂ ਇੱਕ ਪੋਜ਼ਿਟਿਵ ਥਾਟ ਪ੍ਰੋਸੈਸ ਦਾ ਬੰਦਾ, ਔਰ ਜਿਹਨੇ ਜੋ ਵੀ ਕਰਨਾ ਹੈਗਾ ਉਹ ਆਵੇ ਅੱਗੇ ਆ ਕੇ, ਕਿਉਂਕਿ ਪੰਜਾਬ ਸਿਰ ਅੱਜ ਲਗਭਗ 3 ਲੱਖ ਕਰੋੜ ਦਾ ਕਰਜ਼ਾ ਹੈਗਾ। ਪੰਜਾਬ ਬੇਸਿਕਲੀ ਐਜੂਕੇਸ਼ਨ, ਹੈਲਥ ਸਿਸਟਮ, ਕਿਉਂਕਿ ਉਹ ਬੰਦੇ ਅੱਗੇ ਆਉਣ ਜਿਹੜੇ ਬੰਦੇ ਬੇਸਿਕਲੀ ਐਗਜ਼ੈਕਟਿਵ ਨੂੰ ਵੀ ਆਨਸਰੇਬਲ ਬਣਾਉਣ। ਮੈਂ ਨਹੀਂ ਕਹਿੰਦਾ ਕਿ ਪਿਛਲੇ ਸਮੇਂ 'ਚ ਨਹੀਂ ਹੋਇਆ, ਉਹਨਾਂ ਦੀ ਜਿੰਨੀ ਕਪੈਸਿਟੀ ਸੀ ਉਹਨਾਂ ਨੇ ਕੀਤਾ, ਕਿਉਂਕਿ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਵੀ ਮੂਵ ਫਾਰਵਰਡ ਅੱਗੇ ਕਰਨ ਦੀ ਜ਼ਰੂਰਤ ਹੈਗੀ ਆ। ਇਹਦਾ ਹਿੱਸੇਦਾਰ ਬਣੀਏ। ਅਸੀਂ ਕਈ ਵਾਰੀ ਮਾੜਾ ਪੋਲੀਟੀਸ਼ੀਅਨ ਨਾਲ ਲੈ ਕੇ ਤੇ ਅਸੀਂ ਉਹਦੇ ਕੋਲ ਬਹੁਤ ਚੰਗੇ ਦਿਨਾਂ ਦੀ ਆਸ ਰੱਖਦੇ ਹਾਂ। ਸੋ ਲੋਕਾਂ ਨੂੰ ਵੀ ਉਹਦੇ 'ਚ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਹਾਂ ਵੀ ਅਸੀਂ ਕੀ ਕਰਨਾ ਹੈਗਾ। ਸੋ ਇਸ ਕਰਕੇ ਇਹਨਾਂ ਬਹੁਤੇ, ਦੇਖੋ ਹੁਣ ਬਹੁਤਾ ਲੁਭਾਣਾ ਕੰਮ ਕਰਨ ਦਾ ਸਮਾਂ ਨਹੀਂ ਵੀ ਆਹ ਵੀ ਫਰੀ
ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਪੰਜਾਬ ਲਈ ਬਹੁਤ ਕਰੂਸ਼ਲ ਸਮਾਂ ਆ, ਔਰ ਉਹਦੇ ਵਿੱਚ ਚੰਗੇ ਬੰਦਿਆਂ ਦਾ ਸਿਸਟਮ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈਗਾ। ਔਰ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਇਕੱਠੇ ਹੋ ਕੇ। ਪੰਜਾਬ ਮੇਰਾ ਇਕੱਲੇ ਦਾ ਨਹੀਂ ਹੈ, ਪੰਜਾਬ ਕਿਸੇ ਪਾਰਟੀਕੂਲਰ ਬੰਦੇ ਦਾ ਨਹੀਂ ਹੈ, ਕਿਸੇ ਪਾਰਟੀਕੂਲਰ ਧਰਮ ਦਾ ਨਹੀਂ ਹੈ, ਕਿਸੇ ਪਾਰਟੀਕੂਲਰ ਜਾਤ ਦਾ ਨਹੀਂ ਹੈ। ਤੇ ਸਾਨੂੰ ਉਸ ਗੁਰੂ ਨਾਨਕ ਦੀ ਫਿਲਾਸਫੀ ਤੇ ਪਹਿਰਾ ਦੇ ਕੇ, ਇਨਸਾਨੀਅਤ ਤੇ ਪਹਿਰਾ ਦੇ ਕੇ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈਗੀ। ਪੁਆਇੰਟਸ ਦੇ ਕੇ ਭੇਜੇ ਸੀ ਜਿਹੜੇ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ, ਉਹਨਾਂ ਦੇ ਉੱਪਰ ਕਿੰਨਾ ਕੁ ਕੰਮ ਹੁੰਦਾ ਹੋਇਆ ਦੇਖ ਰਹੇ ਹੋ ਤੁਸੀਂ, ਜਾਂ ਫਿਰ ਕਿਸ ਤਰ੍ਹਾਂ ਕੰਸੀਡਰ ਕਰੋਗੇ ਹੁਣ ਅੱਗੇ? ਨਹੀਂ ਦੇਖੋ, ਮੈਂ ਤਾਂ ਉਸ ਮੀਟਿੰਗ ਦੇ ਵਿੱਚ ਨਹੀਂ ਗਿਆ, ਪਰ ਮੇਰਾ ਖਿਆਲ ਹੈ ਵੀ ਕੁਝ ਚੀਜ਼ਾਂ ਹੋ ਰਹੀਆਂ ਹੈਗੀਆਂ, ਕੁਝ ਚੀਜ਼ਾਂ ਹੋਰ ਤੇਜ਼ੀ ਨਾਲ ਕਰਨ ਦੀ ਜ਼ਰੂਰਤ ਹੈਗੀ ਹੈ। ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ, ਔਰ ਜਿਹੜੇ ਵਾਅਦੇ ਤੁਸੀਂ ਕੀਤੇ ਸੀ 2017 ਦੇ ਵਿੱਚ, ਤੁਹਾਨੂੰ ਲੱਗਦਾ ਹੈ ਕਿ ਉਹ ਸਾਰੇ ਕੰਪਲੀਟ ਹੋਣ ਤੋਂ ਬਾਅਦ ਲੋਕ ਤੁਹਾਨੂੰ ਐਕਸੈਪਟ ਕਰਨ ਲੱਗ ਜਾਣਗੇ? ਦੇਖੋ, ਬਾਕੀ ਤਾਂ ਲੋਕਾਂ ਨੇ ਕਰਨਾ, ਪਰ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਅਸੀਂ ਉਹਦੇ ਤੇ ਵੱਧ ਤੋਂ ਵੱਧ ਜਿਹੜਾ ਉਹ ਕੰਮ ਕਰ ਸਕੀਏ, ਔਰ ਫਿਰ ਲੋਕਾਂ ਕੋਲ ਜਾ ਕੇ ਉਹ ਲੋਕਾਂ ਨੇ ਫਤਵਾ ਦੇਣਾ। ਮੇਰਾ ਖਿਆਲ ਉਹਦੇ ਤੇ ਸਾਨੂੰ ਬਹੁਤਾ ਕਿੰਤੂ ਪਰੰਤੂ ਕਰਨ ਦੀ ਜ਼ਰੂਰਤ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਲ ਕੋਈ ਮੁਲਾਕਾਤ ਹੋਈ ਇਹਨਾਂ ਦਿਨਾਂ ਦੇ ਵਿੱਚ, ਹਾਕੀ ਪਲੇਅਰਸ ਦੇ ਨਾਲ ਮਿਲਣ ਤੋਂ ਇਲਾਵਾ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਰਹੇ ਹੋ ਪਲਾਨ ਵੀ ਮੁਲਾਕਾਤ ਕਰਕੇ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੇਂ ਪ੍ਰੋਗਰਾਮਸ ਲਿਖੇ ਜਾਣ? ਪ੍ਰੋਬਲਮ ਨਹੀਂ ਹੈ, ਮੈਂ ਤਾਂ ਕਦੀ ਚਿਹਰਿਆਂ ਦੀ ਰਾਜਨੀਤੀ ਨਹੀਂ ਕਰਦਾ। ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈਗਾ, ਔਰ ਉਹ ਡਿਫਰੈਂਸ ਆਫ ਓਪੀਨੀਅਨ ਮੈਨੂੰ ਇਹ ਵੀ ਹੁੰਦਾ ਵੀ ਜੇ ਮੈਂ ਕਿਤੇ ਗਲਤ ਆ ਤੇ ਮੈਨੂੰ ਮੰਨ ਲੈਣਾ ਚਾਹੀਦਾ, ਜੇ ਕਿਤੇ ਦੂਸਰਾ ਬੰਦਾ ਗਲਤ ਆ ਤੇ ਉਹਨੂੰ ਮੰਨ ਕੇ ਤੇ ਗਾਂਹ ਤੁਰਨਾ ਚਾਹੀਦਾ। ਕਿਉਂਕਿ ਮੈਂ ਕਦੀ ਇਦਾਂ ਦੀ ਸੋਚ ਹੀ ਨਹੀਂ ਰੱਖਦਾ ਵੀ ਜਿਹਦੇ ਵਿੱਚ ਅਸੀਂ ਡੈਡਲੌਕ ਲੈ ਆਈਏ, ਤੇ ਡੈਡਲੌਕ ਨਾਲ ਕੰਮ ਤਾਂ ਅਲਟੀਮੇਟਲੀ ਪੰਜਾਬ ਦਾ ਹੀ ਖਰਾਬ ਹੋਣਾ। ਸੋ ਮੇਰੀ ਉਹ ਕਦੀ ਵੀ ਇਦਾਂ ਦੀ ਸੋਚ ਰਹੀ ਨਹੀਂ ਹੈ। ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਗਟ ਸਿੰਘ ਜੀ, ਤੁਸੀਂ ਵੀ ਫੀਲਡ ਦੇ ਵਿੱਚੋਂ ਗਰਾਊਂਡ ਦੇ ਉੱਪਰ ਹੁੰਦੇ ਹੋ ਲਗਾਤਾਰ, ਔਰ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਦੀ ਕੰਡੀਸ਼ਨ ਹੈ ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਰਿਪੀਟ ਕਰਨਾ ਸਰਕਾਰ ਤਾਂ ਬਹੁਤ ਮੁਸ਼ਕਲ, ਕਿਉਂਕਿ ਲੋਕ ਪੁਰਾਣੇ ਵਾਅਦੇ ਯਾਦ ਕਰਾਉਂਦੇ ਆ, ਗੁਟਕਾ ਸਾਹਿਬ ਦੀਆਂ ਸਹੁੰਆਂ ਯਾਦ ਕਰਾਉਂਦੇ ਆ, ਲੋਕ ਕਹਿੰਦੇ ਕਿ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸੀ, ਉਹ ਸਾਰੀਆਂ ਚੀਜ਼ਾਂ ਲੋਕ ਯਾਦ ਕਰਾਉਂਦੇ। ਈਵਨ ਕਿ ਤੁਹਾਡੇ ਐਮਐਲਏਜ਼ ਵੀ ਨਾਰਾਜ਼ ਚੱਲ ਰਹੇ ਸੀ, ਉਹ ਕਹਿੰਦੇ ਕਿ ਸਰਕਾਰ ਹੀ ਰੇਕ ਦੇਣੀ ਚਾਹੀਦੀ ਹੈ ਸਾਨੂੰ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲਾਨਿੰਗ ਰਹੂਗੀ ਫਿਰ, ਕਿ ਤੁਸੀਂ ਉਹ ਢਾਂਚਾ ਜਿਹੜਾ ਸੈੱਟ ਕਰ ਪਾਓ? ਨਹੀਂ ਦੇਖੋ, ਮੇਰਾ ਇੱਕ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਇੱਕ ਰੋਲ ਹੈ, ਐਜ਼ ਐਮਐਲਏ ਮੇਰਾ ਇੱਕ ਰੋਲ ਹੈਗਾ। ਉਹਨੂੰ ਕਿੱਦਾਂ ਕੋਆਰਡੀਨੇਟ ਕਰਨਾ ਔਰ ਉਹਦੇ ਤੋਂ ਕਿੱਦਾਂ ਗਾਂਹ ਵਧਣਾ, ਤੇ ਸਰਕਾਰ ਕੋਲੋਂ ਬੇਸਿਕਲੀ ਕੰਮ ਜਿਹੜਾ ਹੈਗਾ, ਜਿਹੜੇ ਕੋਈ ਇਸ਼ੂਜ਼ ਰਹਿੰਦੇ ਹੈਗੇ ਆ, ਦੇਖੋ ਜਾਂ ਤਾਂ ਅਸੀਂ ਟੈਕਨੀਕਲੀ ਲੀਗਲੀ ਲੋਕਾਂ ਨੂੰ ਇਹ ਦਸੀਏ ਵੀ ਇੱਥੇ ਖੜੇ ਹੈਗੇ ਆ, ਜਾਂ ਉਹਨਾਂ ਨੂੰ ਕਰਵਾਈਏ, ਕਿਉਂਕਿ ਲੋਕਾਂ ਦੀ ਇੰਨੀ ਕਿਉਰਿਓਸਿਟੀ ਹੈਗੀ ਆ, ਐਂਡ ਬਿਊਰੋਕਰੈਟਸ ਨੂੰ ਵੀ ਸਾਹਮਣੇ ਲਿਆ ਕੇ। ਕਿਉਂਕਿ ਹੁੰਦਾ ਕੀ ਆ, ਕਈ ਵਾਰੀ ਐਕਚੁਅਲ ਗੱਲਾਂ ਕੁਝ ਹੋਰ ਹੁੰਦੀਆਂ, ਪਬਲਿਕ ਦੇ ਵਿੱਚ ਜਿਹੜੀਆਂ ਕਿਤੇ ਹੋਰ ਲਿਆਂਦੀਆਂ ਜਾਂਦੀਆਂ। ਸੋ ਮੈਨੂੰ ਲੱਗਦਾ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਇੱਕ ਸਵਾਲ ਮੇਰਾ ਇਸ ਨੂੰ ਲੈ ਕੇ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣੀ ਅਕਸਰ ਸਟੇਜਾਂ ਤੋਂ ਇਹ ਗੱਲ ਕਹਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਕਿ ਅਸੀਂ 3 ਰੁਪਏ ਬਿਜਲੀ ਦੇਵਾਂਗੇ, ਸਾਡੀ ਸਰਕਾਰ ਜਨਤਾ ਦੀ ਸਰਕਾਰ ਆ। ਜੋ ਸਰਕਾਰ ਤਾਂ ਲੋਕ ਇਹ ਗੱਲ ਕਹਿੰਦੇ ਆ ਹੁਣ, ਈਵਨ ਵਿਰੋਧੀ ਧਿਰਾਂ ਨੇ ਤਾਂ ਇਲਜ਼ਾਮ ਲਾਉਣਾ ਹੀ, ਉਹ ਕਹਿੰਦੇ ਸਰਕਾਰ ਤਾਂ ਹੁਣ ਵੀ ਤੁਹਾਡੀ ਹੈ, ਸਰਕਾਰ ਤਾਂ ਹੁਣ ਵੀ ਤੁਹਾਡੀ ਹੈ, ਕਿਹੜੀ ਸਰਕਾਰ ਦਾ ਇੰਤਜ਼ਾਰ ਕਰ ਰਹੇ ਹੋ? ਹੁਣ ਇਸ ਸਰਕਾਰ ਦੇ ਵਿੱਚ ਨਹੀਂ ਕਰਕੇ ਉਹ ਚੀਜ਼ਾਂ ਦਿਖਾ ਸਕਦੇ ਤੁਸੀਂ? ਪਾਵਰ ਪਰਚੇਜ਼ ਐਗਰੀਮੈਂਟ ਹੈਗੇ ਆ, ਉਹਦੇ ਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਇਹ ਕੰਮ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਕੀਤੇ ਆ, ਉਹ ਇੰਨੇ ਕੁ ਫਾਲਟੀ ਹੈਗੇ ਆ। ਮੈਨੂੰ ਐਜ਼ ਏ ਲੇਮੈਨ, ਮੈਂ ਜਿੰਨਾ ਕੁ ਉਹਨੂੰ ਸਟੱਡੀ ਕਰ ਸਕਿਆ, ਜਿੰਨਾ ਕੁ ਉਹਨੂੰ ਪੜ੍ਹ ਸਕਿਆ, ਉਹਦੇ ਵਿੱਚ ਬਹੁਤ ਫਾਲਟਸ ਹੈਗੇ ਆ, ਪਰ ਅਨਫੋਰਚੂਨੇਟਲੀ ਅਸੀਂ ਪਿਛਲੇ 4.5 ਸਾਲਾਂ 'ਚ ਕੀਤੇ ਨਹੀਂ ਹੈਗੇ। ਉਹਦੇ ਤੇ ਵੀ ਸਾਨੂੰ ਅੱਜ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਹੈ। ਗੱਲਾਂ ਕਰਦੇ ਨੇ ਸਿੱਧੂ ਸਾਹਿਬ ਹੁਣੀ, ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ, ਔਰ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਨੂੰ ਵੀ ਡੈਮੇਜ ਕਰੂਗੀ ਇਹ ਚੀਜ਼? ਕਿਉਂਕਿ ਜਦੋਂ ਪ੍ਰਧਾਨ ਨਹੀਂ ਸੀਗੇ, ਉਹਦਾ ਨਹੀਂ ਸੀ, ਉਦੋਂ ਤਾਂ ਚਲੋ ਇਹ ਗੱਲਾਂ ਕਹਿੰਦੇ ਸੀ ਕਿ ਐਮਐਲਏ ਦੇ ਤੌਰ ਤੇ, ਹੁਣ ਪ੍ਰਧਾਨ ਨੇ, ਇਹ ਗੱਲਾਂ ਸਰਕਾਰ ਨੂੰ ਵੀ ਡੈਮੇਜ ਨਹੀਂ ਕਰਨਗੀਆਂ ਲੱਗਦਾ ਤੁਹਾਨੂੰ? ਵਿਕਰਮ, ਮੈਨੂੰ ਲੱਗਦਾ ਜਦ ਸਾਨੂੰ ਇੰਟਰਨਲ ਡੈਮੋਕ੍ਰੇਸੀ ਨੂੰ ਲੋਕਾਂ ਦੇ ਪ੍ਰਤੀ ਜਵਾਬਦੇਹ ਬਣਾਉਣ ਦੀ ਜ਼ਰੂਰਤ ਹੈਗੀ ਆ। ਕਿਉਂਕਿ ਮੈਨੂੰ ਇਹ ਲੱਗਦਾ ਵੀ ਅਸੀਂ ਉਸ ਫੀਲਡ 'ਚੋਂ ਆਏ ਆ ਜਿੱਥੇ ਅਸੀਂ ਕਮਰੇ 'ਚ ਬਹਿ ਕੇ ਇੱਕ ਦੂਸਰੇ ਨੂੰ ਗਾਲਾਂ ਵੀ ਕੱਢ ਲਈਦੀਆਂ ਸੀ ਵੀ ਹਾਂ ਵੀ ਇਹ ਬਾਲ ਇੱਥੋਂ ਦੀ ਲੰਘਿਆ ਤੇ ਲੰਘਿਆ ਕਿਉਂ ਆ। ਕਿਉਂਕਿ ਤੁਸੀਂ ਗਾਂਹ ਲਈ ਤਾਂ ਵੱਧਦੇ ਆ ਜੇ ਅੱਜ ਦੀ ਗਲਤੀ ਨੂੰ ਠੀਕ ਕਰਦੇ ਆ। ਜੇ ਅਸੀਂ ਕਹੀ ਜਾਈਏ ਵੀ ਤੁਸੀਂ ਵੀ ਬੜੇ ਚੰਗੇ, ਅਸੀਂ ਵੀ ਬੜੇ ਚੰਗੇ, ਫਿਰ ਮੈਨੂੰ ਲੱਗਦਾ ਉੱਥੇ ਬੰਦੇ ਦੀ ਜਿਹੜੀ ਸਟੈਗਨੇਸ਼ਨ ਆ ਜਾਂਦੀ ਹੈ, ਚਾਹੇ ਕੋਈ ਆਰਗੇਨਾਈਜੇਸ਼ਨ ਹੋਵੇ, ਚਾਹੇ ਕੋਈ ਸਰਕਾਰ ਹੋਵੇ, ਤੇ ਚਾਹੇ ਕੋਈ ਇੰਡੀਵਿਜੂਅਲ ਪਰਸਨੈਲਿਟੀ ਹੋਵੇ। ਮੈਨੂੰ ਲੱਗਦਾ ਉਸ ਡਿਸਕਸ਼ਨ ਦੇ ਵਿੱਚੋਂ ਗਾਂਹ ਤੁਰਦੇ ਹੋਏ ਸਾਨੂੰ ਉਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਆ। ਤੇ ਕੈਪਟਨ ਇਕੱਠੇ ਹੋ ਜਾਣਗੇ 2022 ਦੇ ਵਿੱਚ, ਇਕੱਠੇ ਹੱਥ ਮਿਲਾ ਕੇ ਚੱਲਦੇ ਨਜ਼ਰ ਆਉਣਗੇ? ਨਹੀਂ ਦੇਖੋ, ਚੀਫ ਮਿਨਿਸਟਰ ਹੈਗੇ ਆ, ਪਾਰਟੀ ਦੇ ਸੀਨੀਅਰ ਲੀਡਰ ਹੈਗੇ ਆ, ਨਵਜੋਤ ਸਿੱਧੂ ਪ੍ਰਧਾਨ ਹੈਗੇ ਆ। ਸੋ ਮੈਨੂੰ ਦੇਖੋ, ਮੈਂ ਕਦੀ ਚਿਹਰਿਆਂ ਦੀ ਰਾਜਨੀਤੀ ਨਹੀਂ ਕੀਤੀ, ਮੈਂ ਤਾਂ ਬੇਸਿਕਲੀ ਇਸ਼ੂਜ਼ ਦੀ ਰਾਜਨੀਤੀ ਜਿਹੜੀ ਉਹ ਕਰਨ ਦੇ ਵਿੱਚ ਵਿਸ਼ਵਾਸ ਕਰਦਾ, ਔਰ ਉਹ ਵੀ ਜੇ ਗੱਲ ਠੀਕ ਆ ਤੇ ਠੀਕ ਆ, ਜਿਹੜੀ ਗੱਲ ਨਹੀਂ ਠੀਕ ਤੇ ਨਹੀਂ ਠੀਕ।
ਕਿਉਂਕਿ ਉਹਦੇ ਵਿੱਚ ਤੁਹਾਨੂੰ ਕਿਤੇ ਧੜਕੂ ਨਹੀਂ ਹੁੰਦੀ। ਅੱਜ ਜਿਹੜਾ ਝੂਠ ਬੋਲਿਆ ਆ ਉਹ ਕੱਲ ਨੂੰ ਤੁਹਾਨੂੰ ਉਹਦੇ ਮਗਰ ਵੀ ਝੂਠ ਬੋਲਣੇ ਪੈਂਦੇ ਆ। ਸੋ ਅੱਜ ਸੱਚ ਬੋਲੋ। ਅੱਜ ਦਾ ਸਮਾਂ ਵਰਤਮਾਨ ਸਮਾਂ, ਔਰ ਵਰਤਮਾਨ ਸਮੇਂ ਦੇ ਵਿੱਚ ਹੀ ਸਾਰਾ ਕੁਝ ਤੁਸੀਂ ਕਰਨਾ ਹੁੰਦਾ, ਨਹੀਂ ਤਾਂ ਉਹ ਤੁਹਾਡਾ ਜਿਹੜਾ ਪਾਸਟ ਆ ਉਹ ਵੀ ਕਿਤੇ ਨਾ ਕਿਤੇ ਇੰਟੈਂਗਲਡ ਹੁੰਦਾ, ਤੇ ਜਿਹੜਾ ਪ੍ਰੈਜ਼ੈਂਟ ਆ ਉਹ ਵੀ ਨਾਲ ਇੰਟੈਂਗਲਡ ਹੋ ਕੇ ਗਾਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂਕਿ ਮੈਂ ਤਾਂ ਉਨੀ ਗੱਲ ਕਰਦਾ ਜਿੰਨੀ ਗੱਲ ਠੀਕ ਹੋ ਸਕਦੀ ਹੋਵੇ, ਜਿਹੜੀ ਨਹੀਂ ਠੀਕ ਹੋ ਸਕਦੀ ਹੋਵੇ ਮੈਂ ਨਹੀਂ ਕਦੀ ਕਰਦਾ। ਤੁਹਾਡੇ ਵੱਲੋਂ ਕੋਸ਼ਿਸ਼ ਹੋਏਗੀ ਕਿ ਜਿੰਨਾ ਵੀ ਆਪਸ ਦੇ ਵਿੱਚ ਕੋਈ ਗਿਲੇ ਸ਼ਿਕਵੇ ਹੈਗੇ ਆ ਉਹ ਦੂਰ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਕੋਆਰਡੀਨੇਟ ਜ਼ਰੂਰ ਕਰਨਾ ਚਾਹੀਦਾ। ਡਿਫਰੈਂਸ ਆਫ ਓਪੀਨੀਅਨ ਤਾਂ ਘਰ ਦੇ ਵਿੱਚ ਵੀ ਹੁੰਦੀ ਆ, ਪਰਿਵਾਰ ਦੇ ਵਿੱਚ ਵੀ ਹੁੰਦੀ ਆ, ਤੇ ਸਾਨੂੰ ਕਿਉਂ ਨਹੀਂ ਉਹ ਡਿਫਰੈਂਸ ਆਫ ਓਪੀਨੀਅਨ ਤੇ ਅੱਗੇ ਵਧਣ ਦੀ ਜ਼ਰੂਰਤ ਹੈਗੀ ਆ। ਪ੍ਰਗਟ ਸਿੰਘ ਜੀ ਸਾਡੇ ਨਾਲ ਮੌਜੂਦ ਸਨ। ਪ੍ਰਗਟ ਸਿੰਘ ਹੁਣੀ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਔਰ ਕੋਆਰਡੀਨੇਸ਼ਨ ਹੋਣਾ ਵੀ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਹੋਣਾ ਦੇ ਵਿੱਚ ਕਿਤੇ ਨਾ ਕਿਤੇ ਤਾਲਮੇਲ ਨਜ਼ਰ ਨਹੀਂ ਆਇਆ। ਕਹਿੰਦੇ ਕਿ ਕੋਆਰਡੀਨੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੋਇਆ ਨਜ਼ਰ ਆਏਗਾ। ਤੇ ਨਾਲ ਹੀ ਪ੍ਰਗਟ ਸਿੰਘ ਹੁਣੀ ਕਹਿੰਦੇ ਨੇ ਕਿ ਮੈਂ ਚਿਹਰਿਆਂ ਦੀ ਰਾਜਨੀਤੀ ਨਹੀਂ ਕਰਦਾ, ਮੈਂ ਇਸ਼ੂਜ਼ ਪਹਿਲਾਂ ਵੀ ਜਿੱਦਾਂ ਮੁੱਦੇ ਚੁੱਕਦਾ ਰਿਹਾ ਸੀ ਹੁਣ ਵੀ। ਬੇਸ਼ੱਕ ਸੰਗਠਨ ਦੇ ਵਿੱਚ ਵੱਡੀ ਜ਼ਿੰਮੇਵਾਰੀ ਪ੍ਰਗਟ ਸਿੰਘ ਹੁਣਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੁੱਦੇ ਇਸੇ ਤਰ੍ਹਾਂ ਹੀ ਚੁੱਕਦੇ ਨਜ਼ਰ ਆਉਣਗੇ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ।